हाँ जी, KPS सिविल सेवावां दे विच असीं तुहाडा स्वागत करते हैं। अज है 24 मई 2022। सो रोजाना की तरह खबरों का सिलसिला शुरू करते हैं। सो अज की जिहड़ी साडी पहली खबर आई है वो है खुशहाली दे लई इंडो पैसिफिक आर्थिक ढांचा। खबर की है कि भारत ने इस खेतर के लई अमरीका की अगवाई वाली एक नवी आर्थिक पहलकदमी का हिस्सा बनने के लिए अपनी तैयारी का संकेत दिता है, क्योंकि प्रधानमंत्री नरेंद्र मोदी ने भारत प्रशांत आर्थिक फ्रेमवर्क फॉर प्रॉस्पेरिटी यानी कि IPEF की शुरुआत के लिए अमरीकी राष्ट्रपति जोसेफ बाइडेन, जापान के प्रधानमंत्री फूमियो किशिदा ते 10 देशों के नेतावां दे नाल वर्चुअल तौर पर हिस्सा लिया। हुण देखो इस जिहड़ा हैगा इस प्रॉस्पेरिटी नाल संबंधित जां गलबात दे 4 मुख थंमां दे आले दुआले केंद्रित होण दी उम्मीद हैगी। ਉਹ ਕਿਹੜੇ ਜਿਸ ਵਿੱਚ ਸਾਡਾ ਵਪਾਰ सप्लाई चेन लचकीलापन यानी कि फ्लैक्सीबिलिटी, स्वच्छ ऊर्जा, डीकार्बनाइजेशन ते टैक्स ते भ्रष्टाचार विरोधी उपाय हैं जिहड़े ਉਹ शामिल हैगे हैं। सो ये विषय शामिल है इस समूह जिस दे विच एसोसीएशन ऑफ साउथ ईस्ट एशियन जिहड़े नेशंस ने दे 10 विचों 7 मैंबर शामिल हैं। 4 कवाड़ देश ਅਤੇ न्यूजीलैंड ग्लोबल GDP ਦੇ ਲਗਭਗ 40% ਦੀ ਹੋਣ ਦੀ ਨੁਮਾਇੰਦਗੀ ਹੈ ਜਿਹੜੀ ਉਹ ਕਰਦੇ ਆ। ਭਾਰਤ ਇੱਕ ਸਮਾਵੇਸ਼ੀ ਅਤੇ ਲਚਕਦਾਰ ਇੰਡੋ ਪੈਸੀਫਿਕ ਆਰਥਿਕ ਫਰੇਮਵਰਕ ਦੇ ਨਿਰਮਾਣ ਦੇ ਲਈ ਮਿਲ ਕੇ ਜਿਹੜਾ ਉਹ ਕਾਰਜ ਕਰੇਗਾ, ਕੰਮ ਕਰੇਗਾ। ਸੋ ਇਹ ਇੱਕ ਮੁਫਤ ਜੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਮੁਕਤ ਵਪਾਰ ਸਮਝੌਤਾ ਨਹੀਂ ਹੋਏਗਾ ਤੇ ਨਾ ਹੀ ਦੇਸ਼ਾਂ ਤੋਂ ਟੈਰਿਫ ਨੂੰ ਘਟਾਉਣ ਜਾਂ ਮਾਰਕੀਟ ਦੇ ਵਿੱਚ ਵਧਾਉਣ ਬਾਰੇ ਇਸ ਤੇ ਕੋਈ ਵਿਚਾਰ ਵਟਾਂਦਰੇ ਨਾਲ ਸੰਬੰਧਿਤ ਕੋਈ ਵੀ ਉਮੀਦ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਇਸ ਅਰਥ ਦੇ ਵਿੱਚ ਇਹ 11 ਦੇਸ਼ਾਂ ਦੀ ਜੋ ਵੀ ਟਰਾਂਸ ਪੈਸੀਫਿਕ ਭਾਈਵਾਲਤਾ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ, ਜਿਸ ਨੂੰ ਅਮਰੀਕਾ ਨੇ 2017 ਦੇ ਵਿੱਚ ਛੱਡ ਦਿੱਤਾ ਸੀਗਾ। ਸੋ ਇਸ ਦੇ ਜਾਂ ਫਿਰ RCEP ਜਿਸ ਦਾ ਚੀਨ ਅਤੇ ਹੋਰ ਸਾਰੇ ਜਿਹੜੇ ਦੇਸ਼ ਹੈ ਉਸ ਦਾ ਹਿੱਸਾ ਹੈ ਜਿਹੜਾ ਉਹ ਹੈਗੇ ਆ ਅਮਰੀਕਾ ਨੂੰ ਛੱਡ ਕੇ। ਚੀਨ ਦੇ ਕਰੀਬੀ ਮੰਨੇ ਜਾਂਦੇ ਆਸੀਅਨ ਦੇ 3 ਦੇਸ਼ ਮਿਆਂਮਾਰ, ਕੰਬੋਡੀਆ ਹੋ ਗਿਆ, ਲਾਓਸ ਜਿਹੜੇ ਇਹ ਹੈਗੇ ਆ ਇਹ ਇਸ ਜਿਹੜੀ ਹੈ ਫਰੇਮਵਰਕ ਹੈਗਾ ਉਸ ਦੇ ਮੈਂਬਰ ਹੈ ਉਹ नहीं है। सो यह सीगी साडी खुशहाली दे लई पहली खबर, खुशहाली दे लई इंडो पैसिफिक आर्थिक ढांचा। सो इस दे नाल संबंधित जिहड़े 4 विषय है जिहड़े व्यापार नाल संबंधित हो गए जां कोई सोल्यूशनस हो गए, भ्रष्टाचार हो गया, डीकार्बोनेशन हो गया, स्वच्छ ऊर्जा हो गया, यह चीज़ां जिहड़ियां इन्हां ते विचार होएगा। दूजी खबर आई हैगी है हाइड्रोजन ईंधन है ते हाइड्रोजन नीति नाल संबंधित। आओ जानते हैं खबर ਵੱਲ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਦੇ ਅਨੁਸਾਰ ਭਾਰਤ ਗ੍ਰੀਨ ਹਾਈਡਰੋਜਨ ਦਾ ਆਗੂ ਬਣ ਕੇ ਉਭਰੇਗਾ ਭਵਿੱਖ ਦੇ ਵਿੱਚ। ਉਹਨਾਂ ਕੀ ਕਿਹਾ ਹੈ ਆਓ ਅਸੀਂ ਜਾਣਦੇ ਹਾਂ। ਦੇਖੋ ਪਹਿਲਾਂ ਹਾਈਡਰੋਜਨ ਡੀਹਾਈਡਰੋਜਨ ਇੰਧਨ ਬਾਰੇ ਅਸੀਂ ਜਾਣਦੇ ਹਾਂ। ਇਹ ਇੱਕ ਜ਼ੀਰੋ ਕਾਰਬਨ ਇੰਧਨ ਹੈ ਜੋ ਆਕਸੀਜਨ ਦੇ ਨਾਲ ਸਾੜਿਆ ਜਾਂਦਾ, ਬੇਸ਼ਰਤੇ ਹੈ ਕਿ ਇਹ ਇੱਕ ਪ੍ਰਕਿਰਿਆ ਦੇ ਵਿੱਚ ਬਣਾਇਆ ਗਿਆ ਹੋਵੇ ਜਿਸ ਦੇ ਵਿੱਚ ਕਾਰਬਨ ਹੈ ਜਿਹੜੀ ਉਹ ਸ਼ਾਮਿਲ ਨਾ ਹੋਵੇ। ਇਸ ਦੀ ਵਰਤੋਂ ਬਾਲਣ ਸੈੱਲਾਂ ਜਾਂ ਅੰਦਰੂਨੀ ਬਾਲਣ ਇੰਜਣਾਂ ਦੇ ਵਿੱਚ ਕੀਤੀ ਜਾ ਸਕਦੀ ਹੈ। ਹਾਈਡਰੋਜਨ ਵਾਹਨਾਂ ਦੇ ਸੰਬੰਧ ਦੇ ਵਿੱਚ ਹਾਈਡਰੋਜਨ ਦੀ ਵਰਤੋਂ ਵਪਾਰਕ ਬਾਲਣ ਸੈੱਲ ਵਾਹਨਾਂ ਜਿਵੇਂ ਕਿ ਯਾਤਰੀ ਕਾਰਾਂ ਦੇ ਵਿੱਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਈਵਨ ਕਿ ਇਸ ਦੀ ਸ਼ੁਰੂਆਤ ਹੋ ਵੀ ਚੁੱਕੀ ਹੈ ਤੇ ਕਈ ਸਾਲਾਂ ਤੋਂ ਬਾਲਣ ਸੈੱਲ ਬੱਸਾਂ ਦੇ ਵਿੱਚ ਵੀ ਇਹ ਜਿਹੜਾ ਦੀ ਵਰਤੋਂ ਹੋ ਰਹੀ ਹੈ। ਇਹ ਪੁਲਾੜ ਯਾਨ ਦੇ ਪ੍ਰੋਪਲਸ਼ਨ ਦੇ ਲਈ ਵੀ ਵਰਤੋਂ ਦੇ ਵਿੱਚ ਵਰਤਿਆ ਜਾਂਦਾ ਹੈ। ਸੋ ਇਹ ਹਨ ਕੁਝ ਹਾਈਡਰੋਜਨ ਦੀਆਂ ਕਿਸਮਾਂ, ਇਹ ਕਲਰਸ ਨੇ, ਡਿਸਕ੍ਰਿਪਸ਼ਨ ਹੈ। ਹੁਣ ਦੇਖੋ ਹਰੀ ਹਾਈਡਰੋਜਨ ਨੀਤੀ ਨਾਲ ਸੰਬੰਧਿਤ ਹਰੀ ਹਾਈਡਰੋਜਨ ਨੀਤੀ ਕੀ ਹੁੰਦੀ ਹੈ ਕਿ ਇਹ ਇੱਕ ਹਾਈਡਰੋਜਨ ਗੈਸ ਹੈਗੀ ਹੈ ਜੋ ਪਾਣੀ ਦੇ ਇਲੈਕਟ੍ਰੋਲਾਈਸਿਸ ਦੁਆਰਾ ਪੈਦਾ ਕੀਤੀ ਜਾਂਦੀ ਹੈ। ਪਾਣੀ ਨੂੰ ਹਾਈਡਰੋਜਨ ਅਤੇ ਆਕਸੀਜਨ ਵਿੱਚ ਵੰਡਣ ਦੇ ਲਈ ਇੱਕ ਊਰਜਾ ਤੀਬਰ ਪ੍ਰਕਿਰਿਆ ਹੈ। ਇਸ ਨੂੰ ਪ੍ਰਾਪਤ ਕਰਨ ਦੇ ਲਈ ਨਵਿਆਉਣਯੋਗ ਸ਼ਕਤੀ ਦੀ ਵਰਤੋਂ ਕਰਦੇ ਹਾਂ।
ਨਵੀਂ ਨੀਤੀ ਜੁਲਾਈ 2025 ਤੋਂ ਪਹਿਲਾਂ ਹਰੇ ਹਾਈਡਰੋਜਨ ਉਤਪਾਦਨ ਦੇ ਲਈ ਬਿਜਲੀ ਸਪਲਾਈ ਕਰਨ ਦੇ ਲਈ ਇਸ ਦੀ ਸਥਾਪਿਤ ਕੀਤੇ ਗਏ ਸੀਗੇ ਇਹ ਕਿ ਕਿਸੇ ਵੀ ਨਵੇਂ ਨਵਿਆਉਣਯੋਗ ਊਰਜਾ ਪਲਾਂਟਾਂ ਦੇ ਲਈ 25 ਸਾਲਾਂ ਦੇ ਮੁਫਤ ਬਿਜਲੀ ਟਰਾਂਸਮਿਸ਼ਨ ਦੀ ਜਿਹੜੀ ਪੇਸ਼ਕਸ਼ ਉਹ ਵੀ ਕਰਦੀ ਹੈ। ਇਸ ਦਾ ਮਤਲਬ ਕੀ ਹੈ ਕਿ ਇਹ ਇੱਕ ਹਰੀ ਹਾਈਡਰੋਜਨ ਉਤਪਾਦਕ ਅਸਾਮ ਦੇ ਵਿੱਚ ਇੱਕ ਹਰੇ ਹਾਈਡਰੋਜਨ ਪਲਾਂਟ ਨੂੰ ਨਵਿਆਉਣਯੋਗ ਊਰਜਾ ਦੀ ਸਪਲਾਈ ਕਰਨ ਦੇ ਲਈ ਰਾਜਸਥਾਨ ਦੇ ਵਿੱਚ ਇੱਕ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੇ ਯੋਗ ਬਣਾਏਗੀ ਤੇ ਇਸ ਨੂੰ ਕਿਸੇ ਵੀ ਅੰਤਰਰਾਜੀ ਟਰਾਂਸਮਿਸ਼ਨ ਚਾਰਜ ਦਾ ਭੁਗਤਾਨ ਕਰਨ ਦੀ ਵੀ ਲੋੜ ਹੈ ਜਿਹੜੀ ਉਹ ਨਹੀਂ ਹੋਵੇਗੀ। ਇਸ ਕਦਮ ਦੇ ਨਾਲ ਹਾਈਡਰੋਜਨ ਅਤੇ ਅਮੋਨੀਆ ਦੇ ਪ੍ਰਮੁੱਖ ਉਪਭੋਗਤਾਵਾਂ ਜਿਵੇਂ ਕਿ ਤੇਲ ਰਿਫਾਈਨਿੰਗ ਹੋ ਗਿਆ, ਖਾਦ ਤੇ ਸਟੀਲ ਖੇਤਰਾਂ ਦੇ ਲਈ ਆਪਣੀ ਵਰਤੋਂ ਦੇ ਲਈ ਇਹ ਹਰੀ ਹਾਈਡਰੋਜਨ ਦਾ ਉਤਪਾਦਨ ਕਰਨ ਵਧੇਰੇ ਕਿਫਾਇਤੀ ਇਸ ਨਾਲ ਸੰਬੰਧਿਤ ਹੋਣ ਦੀ ਸੰਭਾਵਨਾ ਵਧੇਰੇ ਕਿਫਾਇਤੀ ਹੋਣ ਦੀ ਸੰਭਾਵਨਾ ਹੈ। ਇਹ ਖੇਤਰ ਵਰਤਮਾਨ ਸਮੇਂ ਸਲੇਟੀ ਹਾਈਡਰੋਜਨ ਜਾਂ ਸਲੇਟੀ ਅਮੋਨੀਆ ਦੀ ਵਰਤੋਂ ਕਰਦੇ ਹਨ ਜੋ ਕੁਦਰਤੀ ਗੈਸਾਂ ਦੀ ਵਰਤੋਂ ਕਰਕੇ ਜਿਹੜੇ ਪੈਦਾ ਕੀਤੇ ਜਾਂਦੇ ਹਨ। ਹੁਣ ਸਰਕਾਰ ਗ੍ਰੀਨ ਹਾਈਡਰੋਜਨ ਉਤਪਾਦਨ ਸੰਬੰਧਿਤ ਕਰਨ ਦੇ ਲਈ ਸਥਾਪਿਤ ਕਰਨ ਦੇ ਲਈ ਲੋੜੀਂਦੀਆਂ ਸਾਰੀਆਂ ਮਨਜ਼ੂਰੀਆਂ ਦੇ ਲਈ ਇੱਕ ਸਿੰਗਲ ਪੋਰਟਲ ਪ੍ਰਦਾਨ ਕਰਨ ਦੇ ਨਾਲ ਉਤਪਾਦਕਾਂ ਨੂੰ ਡਿਸਕਾਮ ਨਾਲ ਪੈਦਾ ਕੀਤੀ ਗਈ ਕਿਸੇ ਵੀ ਵਾਧੂ ਨਵਿਆਉਣਯੋਗ ਊਰਜਾ ਨੂੰ 30 ਦਿਨਾਂ ਤੱਕ ਬੈਂਕ ਕਰਨ ਤੇ ਲੋੜ ਅਨੁਸਾਰ ਇਸ ਦੀ ਵਰਤੋਂ ਕਰਨ ਦੀ ਜਿਹੜੀ ਸੁਵਿਧਾ ਫੈਸਿਲਿਟੀ ਹੈ ਉਹ ਵੀ ਪ੍ਰੋਵਾਈਡ ਕਰਨ ਦੇ ਲਈ ਤਿਆਰ ਹੈ। ਨੀਤੀ ਦੇ ਤਹਿਤ ਬੰਦਰਗਾਹ ਅਧਿਕਾਰੀ ਗ੍ਰੀਨ ਹਾਈਡਰੋਜਨ ਅਤੇ ਗ੍ਰੀਨ ਅਮੋਨੀਆ ਉਤਪਾਦਕਾਂ ਨੂੰ ਨਿਰਯਾਤ ਤੋਂ ਪਹਿਲਾਂ ਭੰਡਾਰਨ ਦੇ ਲਈ ਬੰਦਰਗਾਹਾਂ ਦੇ ਨੇੜੇ ਬੰਕਰ ਸਥਾਪਿਤ ਕਰਨ ਦੇ ਲਈ ਲਾਗੂ ਚਾਰਜਾਂ ਤੇ ਜ਼ਮੀਨ ਵੀ ਜਿਹੜੀ ਹੈ ਉਹ ਪ੍ਰਦਾਨ ਕਰਨਗੇ। ਸਰਕਾਰ ਇਹ ਆਦੇਸ਼ ਜਾਰੀ ਕਰਨ ਦੇ ਲਈ ਤਿਆਰ ਹੈਗੀ ਹੈ ਕਿ ਤੇਲ ਰਿਫਾਈਨਿੰਗ, ਖਾਦ, ਸਟੀਲ ਖੇਤਰ ਆਪਣੀਆਂ ਜ਼ਰੂਰਤਾਂ ਦੇ ਇੱਕ ਨਿਸ਼ਚਿਤ ਉਤਪਾਦ ਦੇ ਲਈ ਹਰੀ ਹਾਈਡਰੋਜਨ ਤੇ ਹਰੇ ਅਮੋਨੀਏ ਦੀ ਖਰੀਦ ਕਰਨ। ਸਿੰਘ ਨੇ ਕਿਹਾ ਕਿ ਇਹ ਵੀ ਨੋਟ ਕੀਤਾ ਹੈ ਦੱਸਣਾ ਚਾਹਿਆ ਹੈ ਕਿ ਰਿਫਾਈਨਿੰਗ ਸੈਕਟਰ ਦੇ ਲਈ ਫਤਵਾ ਸੈਕਟਰਾਂ ਦੀ ਕੁੱਲ ਜ਼ਰੂਰਤ 15 ਤੋਂ 20% ਹੈ ਜਿਹੜੀ ਉਹ ਤੱਕ ਦੀ ਹੋ ਸਕਦੀ ਹੈ, ਸ਼ੁਰੂ ਹੋ ਸਕਦੀ ਹੈ। ਸੋ ਇਹ ਸੀਗੀ ਸਾਡੀ ਅੱਜ ਦੀ ਦੂਜੀ ਖਬਰ। ਆਓ ਜੀ ਤੀਜੀ ਖਬਰ ਵੱਲ ਵਧਦੇ ਹਾਂ। ਤੀਜੀ ਖਬਰ ਆਈ ਹੈ ਅੰਤਰਰਾਸ਼ਟਰੀ ਕਿਰਤ ਸੰਸਥਾ ਦੇ ਨਾਲ ਸੰਬੰਧਿਤ। ਹੁਣ ਦੇਖੋ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਮਾਨੀਟਰ ਦੇ 9ਵੇਂ ਐਡੀਸ਼ਨ ਦਾ ਕੀ ਕਹਿਣਾ ਹੈ ਕਿ ਕੰਮ ਦੀ ਦੁਨੀਆ ਕਈ ਤਰ੍ਹਾਂ ਦੇ ਸੰਕਟਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਹੁਣ ਜਿਹੜੀ ਅੰਤਰਰਾਸ਼ਟਰੀ ਕਿਰਤ ਸੰਸਥਾ ਹੈ ILO ਇਹਦੇ ਬਾਰੇ ਅਸੀਂ ਜਾਣਦੇ ਹਾਂ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈਗੀ ਹੈ ਜਿਸ ਦਾ ਫਤਵਾ ਕੀ ਹੈ ਕਿ ਅੰਤਰਰਾਸ਼ਟਰੀ ਕਿਰਤ ਮਿਆਰਾਂ ਨੂੰ ਨਿਰਧਾਰਿਤ ਕਰਕੇ ਸਮਾਜਿਕ ਤੇ ਆਰਥਿਕ ਨਿਆਂ ਨੂੰ ਵਧਾਉਣਾ ਹੈ। ਅਕਤੂਬਰ 1919 ਦੇ ਵਿੱਚ ਲੀਗ ਆਫ ਨੇਸ਼ਨਸ ਦੇ ਤਹਿਤ ਸਥਾਪਿਤ ਕੀਤੀ ਗਈ ਇਹ ਸੰਯੁਕਤ ਰਾਸ਼ਟਰ ਦੀ ਪਹਿਲੀ ਅਤੇ ਸਭ ਤੋਂ ਪੁਰਾਣੀ ਏਜੰਸੀ ਹੈ। ਅੰਤਰਰਾਸ਼ਟਰੀ ਕਿਰਤ ਸੰਸਥਾ ਦੇ 187 ਮੈਂਬਰ ਹਨ। ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਵਿੱਚੋਂ 186 ਤੇ ਕੁੱਲ ਆਈਲੈਂਡਸ ਹਨ। ਇਸ ਦਾ ਮੁੱਖ ਦਫ਼ਤਰ ਹੈ ਜਿਹੜਾ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਸਥਿਤ ਹੈਗਾ ਜਿਸ ਵਿੱਚ ਦੁਨੀਆ ਦੇ ਲਗਭਗ 40 ਫੀਲਡ ਦਫ਼ਤਰ ਹਨ ਤੇ 107 ਦੇਸ਼ਾਂ ਵਿੱਚ ਲਗਭਗ 3381 ਕਰਮਚਾਰੀ ਕੰਮ ਕਰਦੇ ਹਨ ਜਿਨ੍ਹਾਂ ਵਿੱਚੋਂ 1698 ਤਕਨੀਕੀ ਸਹਿਯੋਗ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦੇ ਵਿੱਚ ਅਧੀਨ ਕੰਮ ਕਰਦੇ ਹਨ। ਹੁਣ ਇਹ ਸੰਸਥਾ ਦੇ ਕਿਰਤ ਮਿਆਰਾਂ ਦਾ ਜਿਹੜਾ ਉਦੇਸ਼ ਹੈਗਾ ਸੁਤੰਤਰਤਾ, ਸਮਾਨਤਾ, ਸੁਰੱਖਿਆ ਤੇ ਸਨਮਾਨ ਦੀਆਂ ਸਥਿਤੀਆਂ ਵਿੱਚ ਵਿਸ਼ਵ ਭਰ ਦੇ ਵਿੱਚ ਪਹੁੰਚਣਯੋਗ ਉਤਪਾਦਕ ਅਤੇ ਟਿਕਾਊ ਕੰਮ ਨੂੰ ਯਕੀਨੀ ਬਣਾਉਣਾ। ਇਹ 189 ਜਿਹੜੇ ਜਿੰਨੇ ਵੀ ਹੈ ਕਨੈਕਸ਼ਨਸ ਹੈਗੇ ਆ ਜਾਂ ਕਨਵੈਨਸ਼ਨਸ ਹੈਗੇ ਆ ਜਾਂ ਸੰਧੀਆਂ ਦੇ ਵਿੱਚ ਨਿਰਧਾਰਿਤ ਕੀਤੀਆਂ ਗਈ ਜਿੰਨੀਆਂ ਵੀ ਹੈਗੀਆਂ ਸੰਧੀਆਂ ਵਿੱਚ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 8 ਨੂੰ ਬੁਨਿਆਦੀ ਸਿਧਾਂਤਾਂ ਦੇ ਅਧਿਕਾਰਾਂ ਦੇ ਤਹਿਤ 98 ਦੇ ਵਿੱਚ 1998 ਦੇ ਘੋਸ਼ਣਾ ਪੱਤਰ ਅਨੁਸਾਰ ਬੁਨਿਆਦੀ ਜਿਹੜੀ ਸ਼੍ਰੇਣੀ ਬੁਨਿਆਦੀ ਵਜੋਂ ਯਾਨੀ ਕਿ ਮੂਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ। ਉਹ ਮਿਲ ਕੇ ਸੰਗਠਨ ਦੀ ਆਜ਼ਾਦੀ ਅਤੇ ਸਮੂਹਿਕ ਸੌਦੇਬਾਜ਼ੀ ਦੇ ਅਧਿਕਾਰ ਦੀ ਪ੍ਰਭਾਵਸ਼ਾਲੀ ਮਾਨਤਾ, ਜ਼ਬਰਦਸਤੀ ਤੇ ਲਾਜ਼ਮੀ ਮਜ਼ਦੂਰੀ ਦੇ ਖਾਤਮੇ, ਬਾਲ ਮਜ਼ਦੂਰੀ ਦੇ ਖਾਤਮੇ ਤੇ ਰੁਜ਼ਗਾਰ ਦੇ ਕਿੱਤੇ ਦੇ ਸੰਬੰਧ ਦੇ ਵਿੱਚ ਵਿਤਕਰੇ ਦੀ ਜਿਹੜੀ ਹੈਗੀ ਹੈ ਸਮੱਸਿਆ ਉਸ ਨੂੰ ਉਸਦੀ ਰੱਖਿਆ ਕਰਦੇ ਆ, ਉਸ ਨੂੰ ਸੁਰੱਖਿਅਤ ਬਣਾਉਂਦੇ ਆ।
ਅੰਤਰਰਾਸ਼ਟਰੀ ਕਿਰਤ ਕਾਨੂੰਨ ਦੇ ਵਿੱਚ ਅੰਤਰਰਾਸ਼ਟਰੀ ਕਿਰਤ ਜਿਹੜੀ ਸੰਸਥਾ ਹੈਗੀ ਹੈ, ਇਸ ਦਾ ਬਹੁਤ ਵੱਡਾ ਰੋਲ ਹੈ। ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਅੰਦਰ ਸੰਗਠਨ ਦਾ ਇੱਕ ਵਿਲੱਖਣ ਤ੍ਰਿਕੋਣ ਢਾਂਚਾ ਹੈ। ਸਾਰੇ ਮਿਆਰਾਂ, ਨੀਤੀਆਂ, ਪ੍ਰੋਗਰਾਮਾਂ ਨੂੰ ਸਰਕਾਰਾਂ, ਮਾਲਕਾਂ, ਕਾਮਿਆਂ ਦੇ ਨੁਮਾਇੰਦਗੀਆਂ ਤੋਂ ਵਿਚਾਰ ਵਟਾਂਦਰੇ ਅਤੇ ਮਨਜ਼ੂਰੀ ਦੀ ਲੋੜ ਹੁੰਦੀ ਹੈ। ਸੋ ਇਹ ਸੀਗੀ ਸਾਡੀ ਤੀਜੀ ਖਬਰ। ਚੌਥੀ ਖਬਰ ਆਈ ਹੈ ਇੰਟਰ ਸਟੇਟ ਕੌਂਸਲ ਨਾਲ ਸੰਬੰਧਿਤ। ਦੇਸ਼ ਦੇ ਵਿੱਚ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਦੇਣ ਦਾ ਕੰਮ ਕਰਨ ਵਾਲੀ ਅੰਤਰਰਾਜੀ ਪਰਿਸ਼ਦ ਦਾ ਪੁਨਰਗਠਨ ਕੀਤਾ ਗਿਆ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰੇ ਸੂਬਿਆਂ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਤੇ 6 ਕੇਂਦਰੀ ਮੰਤਰੀਆਂ ਨੂੰ ਮੈਂਬਰ ਬਣਾਇਆ ਗਿਆ। ਹੁਣ ਆਓ ਅਸੀਂ ਜਾਣਦੇ ਹਾਂ ਅੰਤਰਰਾਜੀ ਕੌਂਸਲ ਕੀ ਹੁੰਦੀ ਹੈ। ਅਨੁਛੇਦ 263 ਦੇ ਵਿੱਚ ਭਾਰਤ ਦੇ ਸੰਵਿਧਾਨ ਦੇ ਵਿੱਚ ਬੇਸ਼ਰਤੇ ਕਿ ਇੱਕ ਅੰਤਰਰਾਜੀ ਪਰਿਸ਼ਦ ਹੋਏਗੀ, ਇਸ ਦੀ ਸਥਾਪਨਾ ਕੀਤੀ ਜਾ ਸਕਦੀ ਹੈ ਜੇ ਕਿਸੇ ਵੀ ਸਮੇਂ ਰਾਸ਼ਟਰਪਤੀ ਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਕੌਂਸਲ ਦੀ ਸਥਾਪਨਾ ਨਾਲ ਜਨਤਕ ਹਿੱਤਾਂ ਦੀ ਪੂਰਤੀ ਹੋਵੇਗੀ। ਇਸ ਲਈ ਸੰਵਿਧਾਨ ਨੇ ਪਹਿਲਾਂ ਹੀ ਅੰਤਰਰਾਜੀ ਪਰਿਸ਼ਦ ਦੀ ਸਥਾਪਨਾ ਜਿਹੜੀ ਉਹ ਨਹੀਂ ਸੀ ਕੀਤੀ, ਕਿਉਂਕਿ ਜਿਸ ਸਮੇਂ ਸੰਵਿਧਾਨ ਬਣਾਇਆ ਗਿਆ ਸੀਗਾ ਇਸ ਸਮੇਂ ਇਸ ਨੂੰ ਜ਼ਰੂਰੀ ਨਹੀਂ ਸੀ ਸਮਝਿਆ ਗਿਆ, ਪਰ ਇਸ ਦੀ ਸਥਾਪਨਾ ਦੇ ਲਈ ਵਿਕਲਪ ਨੂੰ ਖੁੱਲਾ ਰੱਖਿਆ ਗਿਆ ਸੀਗਾ। ਸੋ ਇਸ ਵਿਕਲਪ ਦੀ ਵਰਤੋਂ ਹੈਗੀ ਹੈ ਉਹ 1990 ਦੇ ਵਿੱਚ ਕੀਤੀ ਗਈ ਸੀ। ਇਸ ਲਈ ਸਰਕਾਰੀਆ ਕਮਿਸ਼ਨ ਦੀ ਸਿਫਾਰਿਸ਼ ਤੇ 28 ਮਈ 1990 ਨੂੰ ਇੱਕ ਰਾਸ਼ਟਰਪਤੀ ਦੇ ਆਦੇਸ਼ ਦੁਆਰਾ ਇਸ ਦੀ ਸਥਾਪਨਾ ਇੱਕ ਸਥਾਈ ਸੰਸਥਾ ਵਜੋਂ ਕੀਤੀ ਗਈ ਸੀਗੀ, ਜਿਸ ਦਾ ਉਦੇਸ਼ ਹੈ ਨੀਤੀਆਂ, ਸਾਂਝੇ ਹਿੱਤਾਂ ਦੇ ਵਿਸ਼ਿਆਂ ਤੇ ਰਾਜਾਂ ਵਿਚਕਾਰ ਵਿਵਾਦਾਂ ਬਾਰੇ ਵਿਚਾਰ ਵਟਾਂਦਰਾ ਕਰਨਾ ਜਾਂ ਉਹਨਾਂ ਦੀ ਜਾਂਚ ਪੜਤਾਲ ਕਰਨਾ। ਹੁਣ ਦੇਖੋ ਉਦੇਸ਼ ਜਿੰਨਾ ਸੰਭਵ ਹੋ ਸਕੇ, ਇਸ ਦਾ ਕੀ ਉਦੇਸ਼ ਹੈ? ਜਿੰਨਾ ਸੰਭਵ ਹੋ ਸਕੇ ਰਾਜਾਂ ਨੂੰ ਸ਼ਕਤੀਆਂ ਦਾ ਵਿਕੇਂਦਰੀਕਰਨ ਕਰਨਾ, ਰਾਜਾਂ ਨੂੰ ਵਿੱਤੀ ਸਾਧਨਾਂ ਦਾ ਵਧੇਰੇ ਤਬਾਦਲੇ ਦੇ ਲਈ ਪ੍ਰਬੰਧ ਇਸ ਤਰੀਕੇ ਦੇ ਨਾਲ ਕੀਤੇ ਗਏ ਹਨ ਕਿ ਰਾਜ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਣ। ਰਾਜਾਂ ਨੂੰ ਕਰਜ਼ਿਆਂ ਦੀ ਉੱਨਤੀ ਨੂੰ ਉਤਪਾਦਕ ਸਿਧਾਂਤਾਂ ਦੇ ਰੂਪ ਵਿੱਚ ਸੰਬੰਧਿਤ ਕੀਤਾ ਜਾਣਾ ਚਾਹੀਦਾ ਹੈ। ਰਾਜਾਂ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਤਾਇਨਾਤੀ ਜਾਂ ਉਹਨਾਂ ਦੀ ਬੇਨਤੀ ਦੇ ਕਿਸੇ ਵੀ ਹੋਰ ਤਰੀਕੇ ਦੇ ਨਾਲ ਉਸਨੂੰ ਜਿਹੜੀ ਹੈ ਉਹ ਇਸ ਦੀ ਸੁਰੱਖਿਆ ਹੈ ਜਿਹੜੀ ਉਹ ਪ੍ਰਦਾਨ ਕਰਨੀ ਚਾਹੀਦੀ ਹੈ। ਦੇਖੋ ਅਗਰ ਕਿਸੇ ਵੀ ਅੰਤਰਰਾਜੀ ਪਰਿਸ਼ਦ ਦੇ ਵਿੱਚ ਮੈਂਬਰਾਂ ਦੀ ਵੀ ਇਹ ਜਿਹੜੀ ਉਹ ਰਚਨਾ ਕਰਦੀ ਹੈ, ਉਹ ਕਿਹੜੇ ਮੈਂਬਰ ਹਨ? ਪਹਿਲਾ ਹੈ ਕਿ ਪ੍ਰਧਾਨ ਮੰਤਰੀ, ਚੇਅਰਮੈਨ, ਸਾਰੇ ਸੂਬਿਆਂ ਦੇ ਮੁੱਖ ਮੰਤਰੀ, ਵਿਧਾਨ ਸਭਾਵਾਂ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਦੀਆਂ ਵਿਧਾਨ ਸਭਾਵਾਂ ਨਹੀਂ ਹਨ। ਗ੍ਰਹਿ ਮੰਤਰੀ ਸਮੇਤ 6 ਕੇਂਦਰੀ ਕੈਬਨਿਟ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤਾ ਜਾਵੇਗਾ। ਰਾਜਾਂ ਦੇ ਰਾਜਪਾਲਾਂ ਨੂੰ ਰਾਸ਼ਟਰਪਤੀ ਸ਼ਾਸਨ ਅਧੀਨ ਚਲਾਇਆ ਜਾ ਰਿਹਾ ਹੈ। ਸੋ ਇਹ ਸੀਗੀ ਕਿ ਅੰਤਰਰਾਸ਼ਟਰੀ ਪਰਿਸ਼ਦ ਜਿਹੜੇ ਆ ਉਹ ਕਿਹਨਾਂ ਮੈਂਬਰਾਂ ਦੀ ਜਿਹੜੀ ਆ ਉਹ ਰਚਨਾ ਕਰਦੀ ਹੈ। ਸੋ ਇਹ ਸੀਗਾ ਸਾਡਾ ਅੱਜ ਦਾ ਚੌਥਾ ਟੌਪਿਕ, ਇੰਟਰ ਸਟੇਟ ਕੌਂਸਲ ਨਾਲ ਸੰਬੰਧਿਤ, ਅੰਤਰਰਾਜੀ ਕੌਂਸਲ ਨਾਲ ਰਿਲੇਟਡ। ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਕਰੰਟ ਅਫੇਅਰਸ ਦਾ ਜਿਹੜਾ ਹੈਗਾ ਖਬਰਾਂ ਦਾ ਸਿਲਸਿਲਾ ਖਤਮ ਹੁੰਦਾ ਹੈ। ਧੰਨਵਾਦ।